फरीदा जिन लोयण जग मोया, जिन लोयण जग मोया। जिन लोयण जग मोया, जिन लोयण जग मोया, फरीदा जिन लोयण जग मोया, जिन लोयण जग मोया। से लोयण मैं डिठ, से लोयण मैं डिठ, जिन लोयण जग मोया, फरीदा जिन लोयण जग मोया। से लोयण मैं डिठ, से लोयण मैं डिठ, जल रेख न सहंदिया, कज्जल रेख न सहंदिया, से पंखी सूए बहिठ, से पंखी सूए बहिठ, से लोयण मैं डिठ, से लोयण मैं डिठ, जिन लोयण जग मोया, फरीदा जिन लोयण जग मोया। से लोयण मैं डिठ, से लोयण मैं डिठ, से लोयण मैं डिठ। कुकेंदियां चांगेंदियां, कुकेंदियां चांगेंदियां, फरीदा कुकेंदियां चंगेंदिया, मत्ती देंदिया नित, मत्ती देंदिया नित, मत्ती देंदिया नित, मत्ती देंदिया नित, केंदिया चंगेंदिया, फरीदा केंदिया चंगेंदिया, मत्ती देंदिया
ਦੇਂਦਿਆਂ ਨਿਤ ਮਤੀ ਦੇਂਦਿਆਂ ਨਿਤ ਮਤੀ ਦੇਂਦਿਆਂ ਨਿਤ ਮਤੀ ਦੇਂਦਿਆਂ ਨਿਤ ਕਹਿੰਦਿਆਂ ਚੰਗੇਂਦਿਆਂ ਫਰੀਦਾ ਕਹਿੰਦਿਆਂ ਮਤੀ ਦੇਂਦਿਆਂ ਨਿਤ ਮਤੀ ਦੇਂਦਿਆਂ ਨਿਤ ਮਤੀ ਦੇਂਦਿਆਂ ਨਿਤ ਮਤੀ ਦੇਂਦਿਆਂ ਨਿਤ ਜੋ ਸ਼ੈਤਾਨ ਵੰਜਾਇਆ शैतान वंजाया से कित फेर चित से कित फेर चित से कित फेर चित से कित फेर चित ਕਹਿੰਦਿਆਂ ਚੰਗੇਂਦਿਆਂ ਫਰੀਦਾ ਕਹਿੰਦਿਆਂ ਚੰਗੇਂਦਿਆਂ ਮਤੀ ਦੇਂਦਿਆਂ ਨਿਤ ਮਤੀ ਦੇਂਦਿਆਂ ਨਿਤ ਮਤੀ ਦੇਂਦਿਆਂ ਜੋ शैतान वंजाया शैतान
ਪਿਆਰੀ ਸਾਧ ਸੰਗਤ ਜੀ, ਅਸੀਂ 2 ਸ਼ਲੋਕ ਗਾਇਨ ਕੀਤੇ ਨੇ। ਗੁਰੂ ਗ੍ਰੰਥ ਸਾਹਿਬ ਦੇ 1378 ਅੰਕ ਦੇ ਇਹ ਦੋਨੋਂ ਸ਼ਲੋਕ ਸੁਸ਼ੋਭਿਤ ਨੇ। ਇਹਨਾਂ ਦਾ ਸਿਰਲੇਖ ਹੈ ਸ਼ਲੋਕ ਫਰੀਦ ਜੀ ਕੇ। ਫਰੀਦ ਜੀ ਦੇ ਸ਼ਲੋਕ ਕਰੀਬਨ 130 ਗੁਰੂ ਗ੍ਰੰਥ ਸਾਹਿਬ ਵਿੱਚ ਇੱਥੇ ਲੜੀਵਾਰ ਗੁਰੂ ਗ੍ਰੰਥ ਸਾਹਿਬ ਦੇ ਇਹਨਾਂ ਅੰਗਾਂ 'ਚ ਸੁਸ਼ੋਭਿਤ ਹਨ। ਇਹਨਾਂ ਵਿੱਚ ਕੁਝ ਸ਼ਲੋਕ ਗੁਰੂ ਸਾਹਿਬ ਦੇ ਵੀ ਹਨ। ਟੋਟਲ ਮਿਲਾ ਕੇ 130 ਸ਼ਲੋਕ ਹਨ। ਫਰੀਦ ਜੀ ਦੇ ਕੁਝ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਬੜੇ ਲੋਕੀ ਇਹ ਮੰਨਦੇ ਹਨ ਕਿ ਫਰੀਦ ਜੀ ਮੁਸਲਮਾਨ ਸਨ। ਬੜੇ ਲੋਕੀ ਇਹ ਮੰਨਦੇ ਹਨ ਕਿ ਕਬੀਰ ਜੀ ਮੁਸਲਮਾਨ ਸਨ। ਪਰ ਬਹੁਤ ਸਾਰੇ ਲੋਕੀ ਇਹ ਗੱਲ ਨਹੀਂ ਵੀ ਮੰਨਦੇ। ਉਹ ਕਹਿੰਦੇ ਕਬੀਰ ਜੀ ਮੁਸਲਮਾਨ ਨਹੀਂ, ਹਿੰਦੂ ਸਨ। ਕਾਸ਼ ਅੱਜ ਉਹ ਸਾਡੇ ਸਾਹਮਣੇ ਹੋਣ ਅਤੇ ਅਸੀਂ ਉਹਨਾਂ ਨੂੰ ਪੁੱਛੀਏ ਤੁਸੀਂ ਕਿਸ ਮਜ਼ਹਬ ਨੂੰ ਬਿਲੋਂਗ ਕਰਦੇ ਹੋ, ਅਤੇ ਉਹ ਕਹਿਣਗੇ ਅਸੀਂ ਇੱਕ ਰੱਬ, ਇੱਕ ਖੁਦਾ, ਇੱਕ ਵਾਹਿਗੁਰੂ, ਇੱਕ ਰਾਮ ਦੇ ਇਨਸਾਨੀਅਤ ਭਰਪੂਰ ਮਜ਼ਹਬ ਨੂੰ ਮੰਨਦੇ ਹਾਂ। ਸੋ ਅੱਜ ਇਹ ਮਸਲਾ ਰਿਹਾ ਹੀ ਨਹੀਂ ਕਿ ਕਬੀਰ ਜੀ ਜਾਂ ਫਰੀਦ ਜੀ ਕਿਸ ਮਜ਼ਹਬ ਦੇ ਸਨ। ਸਾਡੇ ਸਾਹਮਣੇ ਇਹ ਸੱਚ ਨਿਕਲ ਕੇ ਆਉਂਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਤਾਂ ਉਹ ਮਨੁੱਖਤਾ ਦੇ ਧਰਮ ਦੇ ਸਨ, ਮਨੁੱਖਤਾ ਦੇ ਮਜ਼ਹਬ ਦੇ। ਉਸ ਦਾ ਨਾਂ ਕੋਈ ਵੀ ਕੁਛ ਵੀ ਰੱਖ ਸਕਦਾ ਹੈ। ਜਦੋਂ ਤੱਕ ਅਸੀਂ ਇਨਸਾਨੀਅਤ ਭਰਪੂਰ ਜੀਵਨੀ ਨਹੀਂ ਜੀਂਦੇ ਹਾਂ ਔਰ ਆਪਣੇ ਮੱਥੇ 'ਤੇ ਆਪਣੇ ਮਜ਼ਹਬ ਦਾ ਲੇਬਲ ਲਗਾ ਕੇ ਰੱਖਦੇ ਹਾਂ ਤਾਂ ਅਸੀਂ ਲੋਕਾਂ ਦੇ ਸਾਹਮਣੇ ਲੇਬਲ ਕਰਕੇ ਚੰਗੇ ਲੱਗਦੇ ਹਾਂ ਕਿ ਨਹੀਂ ਲੱਗਦੇ ਹਾਂ, ਆਪਣੇ ਆਚਰਣ ਕਰਕੇ ਚੰਗੇ ਬਿਲਕੁਲ ਨਹੀਂ ਲੱਗਦੇ ਹਾਂ। ਲੇਬਲ ਦੀ ਗਿਣਤੀ ਸਾਨੂੰ ਰਾਜਨੀਤੀ ਔਰ ਪੋਲੀਟਿਕਸ ਤੱਕ ਲਿਜਾ ਸਕਦੀ ਹੈ, ਪਰ ਲੇਬਲ ਦੀ ਗਿਣਤੀ ਮੈਨੂੰ ਮੇਰਾ ਜੀਵਨ ਉੱਚਿਆਂ ਕਰਨ ਵਾਸਤੇ ਇੰਸਪਾਇਰ ਨਹੀਂ ਕਰਦੀ ਹੈ। ਮੈਂ ਆਪਣੇ ਕਿਸ ਮਜ਼ਹਬ ਦੇ ਪਰਿਵਾਰ ਵਿੱਚ ਪੈਦਾ ਹੋਇਆ, ਮੈਨੂੰ ਉਹ ਸਮਝਣਾ ਹੈ। ਸਮਝ ਕੇ ਆਪਣੇ ਔਗੁਣ ਫਰੋਲਨੇ ਹਨ, ਆਪਣੇ ਔਗੁਣਾਂ ਨੂੰ ਚੈੱਕ ਕਰਨਾ ਹੈ ਅਤੇ ਆਪਣੇ ਆਪ ਨੂੰ ਉੱਚੇ ਆਚਰਣ ਵਾਲਾ ਬਣਾਉਣਾ ਹੈ। ਔਗੁਣ ਕਿੱਥੋਂ ਆਉਂਦੇ ਹਨ? ਔਗੁਣ ਅਸਮਾਨ ਤੋਂ ਨਹੀਂ ਟਪਕਦੇ ਹਨ। ਔਗੁਣ ਰੱਬ ਜੀ ਨੇ ਨਹੀਂ ਬਣਾਏ ਹਨ। ਔਗੁਣ ਅਨਹੈਲਦੀ ਪੂਰੀ ਤਰ੍ਹਾਂ ਇਸ ਪੱਖੋਂ ਸਮਝੀਏ ਕਿ ਜੋ ਇਨਸਾਨ ਪੂਰੀ ਤਰ੍ਹਾਂ ਸਵਸਥ ਨਹੀਂ ਹੈ, ਉਹਨੂੰ ਜਿਹੜੇ ਔਗੁਣਾਂ ਨੇ ਬਿਮਾਰ ਕੀਤਾ ਹੈ, ਇਹ ਉਹਦੀ ਚੰਗੀ ਹੈਲਥ ਦੀ ਘਾਟ ਦੇ ਕਾਰਨ ਹੋਇਆ। ਔਗੁਣਾਂ ਨੂੰ ਮੈਲ ਕਹਿੰਦੇ ਨੇ। ਔਗੁਣਾਂ ਨੂੰ ਅੰਧੇਰਾ ਕਹਿੰਦੇ ਨੇ। ਔਗੁਣਾਂ ਨੂੰ ਧੁੰਦ ਕਹਿੰਦੇ ਨੇ।
ਅਵਗੁਣਾਂ ਨੂੰ ਮਨ ਦੀ ਮੈਲ ਜਾਂ ਕੂੜ ਕਹਿੰਦੇ ਨੇ। ਜਿਸ ਤਰ੍ਹਾਂ ਉਹ ਪਹਿਲਾਂ ਸ਼ਬਦ ਪੜ੍ਹ ਰਹੀ ਸੀ ਮੇਰੀ ਭੈਣ, ਮਲਿਨ ਪਈ ਮਤ ਮਾਧਵਾ, ਮਲਿਨ ਮੈਲਾਈਨ ਬੁੱਧੀ ਹੋ ਜਾਂਦੀ ਹੈ। ਹਨੇਰਾ ਆਪਣੇ ਆਪ ਵਿੱਚ ਕੋਈ ਚੀਜ਼ ਨਹੀਂ ਹੈ। ਸਿਰਫ ਤੇ ਸਿਰਫ ਇੰਝ ਕਹਿ ਸਕਦੇ ਹਾਂ, ਪ੍ਰਕਾਸ਼ ਦੀ ਘਾਟ ਹੈ, ਪ੍ਰਕਾਸ਼ ਦੀ ਐਬਸੈਂਸ ਹਨੇਰਾ ਹੈ। ਰੱਬ ਜੀ ਨੇ ਕੋਈ ਵੀ ਚੀਜ਼ ਗਲੀ ਸੜੀ ਬਦਬੂਦਾਰ ਨਹੀਂ ਬਣਾਈ ਹੈ। ਚੀਜ਼ ਆਪਣੇ ਵਿੱਚ ਪਈ ਰਹਿੰਦੀ ਹੈ, ਪਈ ਪਈ ਚੀਜ਼ ਅਚਾਨਕ ਖਰਾਬ ਹੋ ਜਾਂਦੀ ਹੈ। ਅਸੀਂ ਖਾਣ ਲੱਗਦੇ ਹਾਂ, ਸਾਨੂੰ ਉਹਦੇ 'ਚੋਂ ਬਦਬੂ ਆਉਂਦੀ ਹੈ। ਬਦਬੂ ਰੱਬ ਜੀ ਨੇ ਨਹੀਂ ਬਣਾਈ, ਉਸ ਦੀ ਤਾਜ਼ਗੀ ਖਤਮ ਹੁੰਦੀ ਗਈ, ਆਪਣੇ ਆਪ ਵਿੱਚ ਇਹ ਪੈਦਾ ਹੋਈ ਹੈ। ਇਹ ਅਵਗੁਣ ਮੇਰੇ ਆਪਣੇ ਆਪ ਵਿੱਚ ਪੈਦਾ ਹੋਏ ਨੇ, ਮੇਰੇ ਮਨ ਦੇ ਖਿਆਲਾਂ ਦੇ ਕਾਰਨ। ਅਵਗੁਣੀ ਜੀਵਨ ਨੂੰ ਬੇਤਾਲਾ ਜੀਵਨ ਕਹਿੰਦੇ ਨੇ। ਅਵਗੁਣੀ ਜੀਵਨ ਨੂੰ ਭੂਤਾਂ ਪ੍ਰੇਤਾਂ ਵਾਲਾ ਜੀਵਨ ਕਹਿੰਦੇ ਨੇ। ਕਦੇ ਕਿਸੇ ਨੂੰ ਅਖੌਤੀ ਭਰਮ ਵਿੱਚ, ਤਾਂਤਰਿਕ ਦੀ ਪਖੰਡੀ ਬੋਲੀ ਵਿੱਚ ਜੇ ਕਿਹਾ ਜਾਏ, ਇनको भूत चिपट गया है, तो अच्छा जी, अच्छा बाबा जी, तांत्रिक बाबा जी, अब इनको भूत चिपट गया तो अब क्या करें। वो कहता मैंने एक आत्मा को वश में किया हुआ है, वो आत्मा इनके ऊपर हावी है। अच्छा, जिसके ऊपर आपकी ये तथाकथित सो कॉल्ड आत्मा भूत बन के, चुड़ैल बन के हावी हो जाती है, वो बंदा फिर अपनी मर्जी नहीं कर सकता। वो कहते नहीं कर सकता। जैसे वो भूत प्रेत आत्मा सो कॉल्ड तथाकथित चाहती है, वो बेचारा वैसे करता है। इंज ही है ना, उस मनुख दे वस कुछ नहीं रहिंदा ना। ये गल समझनी है। ਜਦੋਂ ਮੈਂ ਕਦੇ ਕਿਸੇ ਨੂੰ ਆਪਣੀ ਮਰਜ਼ੀ ਦੇ ਮੁਤਾਬਕ ਟੁਰਾਉਣਾ ਚਾਹੁੰਦਾ ਹਾਂ ਤਾਂ ਮੈਂ ਉਸ ਨੂੰ ਡੋਮੀਨੇਟ ਕਰਾਂਗਾ, ਤਾਂ ਮਾਨੋ ਮੈਂ ਉਹਦੇ ਉੱਤੇ ਭੂਤ ਚੁੜੇਲ ਚਮੜਿਆ ਹੋਇਆ ਹਾਂ। ਜਦੋਂ ਅਸੀਂ ਕਿਸੇ ਨੂੰ ਡੋਮੀਨੇਟ ਕਰਦੇ ਹਾਂ, ਦੂਜੇ ਨੂੰ ਆਪਣੀ ਮਰਜ਼ੀ ਮੁਤਾਬਕ ਚਲਾਉਣਾ ਚਾਹੁੰਦੇ ਹਾਂ, ਇਹ ਅਵਗੁਣ ਹੈ। ਇਹ ਅਵਗੁਣ ਰੱਬ ਜੀ ਨੇ ਨਹੀਂ ਬਣਾਇਆ, ਇਹ ਮੇਰੇ ਮਨ ਦਾ ਖਿਆਲ ਹੈ। ਦੁਨੀਆ ਮੇਰੇ ਮੁਤਾਬਕ ਚੱਲੇ। मैं ठीक हाँ, मैनू सब तो ज़्यादा अकल है। दुनिया, मेरा टब्बर, मेरी कौम, मेरा देश, ये सारे लोकी मेरे मुताबक चलिया करन। ये अपने आप विच अवगुण है। ये मैनू दुखी करेगा। मैं जदों मन करके दुखी हो जाऊंगा इस अवगुण दे नाल, ਤਾਂ ਫਿਰ ਮੈਂ ਦੂਜਿਆਂ ਨੂੰ ਦੁਖੀ ਕਰਾਂਗਾ। ਇਸ ਦਾ ਨਾਂ ਰੱਖ ਲੈਂਦੇ ਹਾਂ ਸ਼ੈਤਾਨ। ਇਸ ਅਵਗੁਣ ਦਾ ਨਾਂ ਸ਼ੈਤਾਨ, ਇਸ ਅਵਗੁਣ ਦਾ ਨਾਂ ਡੀਮਨ, ਇਸ ਅਵਗੁਣ ਦਾ ਨਾਂ ਮਨ ਦੀ ਚੰਚਲਤਾ, ਮਨ ਦੀ ਮੈਲ, ਮੇਰੇ ਮਨ ਦੀ ਕਾਲਖ। जिसनों अपना अवगुण समझ ही नहीं आया, उसने डायग्नोज किया ही नहीं है, वो मन ही नहीं रहा कि मेरे अंदर एक आदत है,
ਮੇਰੇ ਅੰਦਰ ਇਹ ਬਦਬੂ ਹੈ ਕਿ ਮੈਂ ਦੂਜਿਆਂ ਨੂੰ ਆਪਣੀ ਮਰਜ਼ੀ ਮੁਤਾਬਕ ਟੋਰਨਾ ਚਾਹੁੰਦਾ ਹਾਂ। ਆਪਣੀ ਮਰਜ਼ੀ ਮੁਤਾਬਕ ਟੋਰਨ ਵਾਸਤੇ ਮੈਨੂੰ ਥੋੜ੍ਹਾ ਉੱਚਾ ਬੋਲਣਾ ਪੈਂਦਾ ਹੈ। ਆਪਣੀ ਮਰਜ਼ੀ ਮੁਤਾਬਕ ਚਲਾਉਣ ਵਾਸਤੇ ਮੈਨੂੰ ਦੋ ਗਾਲਾਂ ਵੀ ਕੱਢਣੀਆਂ ਪੈਂਦੀਆਂ ਹੈ। ਆਪਣੀ ਮਰਜ਼ੀ ਮੁਤਾਬਕ ਚਲਾਉਣ ਵਾਸਤੇ ਮੈਂ ਕਦੇ ਕਦੇ ਰੁੱਸ ਵੀ ਜਾਂਦਾ ਹਾਂ, ਮੇਰੀ ਮੰਨੀ ਕਿਉਂ ਨਹੀਂ। ਆਪਣੀ ਮਰਜ਼ੀ ਮਨਾਉਣ ਵਾਸਤੇ ਮੈਂ ਆਪਣੀ ਪਤਨੀ ਨੂੰ ਕਹਿੰਦਾ ਮੈਂ ਅੱਜ ਰੋਟੀ ਨਹੀਂ ਖਾਵਾਂਗਾ, ਤੂੰ ਪਈ ਕੁੜ, ਮੇਰਾ ਕਹਿਣਾ ਨਹੀਂ ਮੰਨਿਆ। ਇਹ ਕੰਡਾ ਸਾਨੂੰ ਚੁਭਦਾ ਹੈ। ਕਦੇ ਰੁੱਸ ਜਾਂਦੇ ਹਾਂ, ਕਦੇ ਟੌਂਟ ਕਰਦੇ ਹਾਂ, ਕਦੇ ਕੰਪਲੇਂਟ ਕਰਦੇ ਹਾਂ, ਕਦੇ ਸ਼ਿਕਾਇਤ ਕਰਦੇ ਹਾਂ। ਇਸ ਦੇ ਕਾਰਨ ਕੋਈ ਬੰਦਾ ਸਾਨੂੰ ਕਦੇ ਚੰਗਾ ਨਹੀਂ ਲੱਗਦਾ, ਕੋਈ ਬੰਦਾ ਦੇ ਨਾਲ ਸਾਨੂੰ ਦੇਖ ਕੇ ਦੇਖਣਾ ਬਰਦਾਸ਼ਤ ਨਹੀਂ ਹੁੰਦਾ। ਪਰ ਮੈਂ ਤੇ ਆਪਣਾ ਇਹ ਅਵਗੁਣ ਮੰਨ ਹੀ ਨਹੀਂ ਰਿਹਾ। ਮੈਂ ਬਲਕਿ ਇਹ ਕਹਿ ਰਿਹਾ ਇਹ ਰੱਬ ਜੀ ਨੇ ਮੈਨੂੰ ਆਦਤ ਪਾ ਦਿੱਤੀ ਹੈ। ਰੱਬ ਜੀ ਛੁਡਾਉਣਗੇ ਤਾਂ ਛੁੱਟ ਜਾਏਗੀ, ਪਰ ਮੈਂ ਇਹ ਮੰਨ ਹੀ ਨਹੀਂ ਰਿਹਾ ਕਿ ਆਦਤ ਗਲਤ ਹੈ। ਮੈਂ ਤੇ ਉਹਨੂੰ ਇਸ ਕਰਕੇ ਦਬਾਉਂਦਾ ਹਾਂ ਕਿ ਉਹ ਫਿਰ ਗਲਤ ਰਸਤੇ ਨਾ ਪੈ ਜਾਏ। ਮੈਂ ਉਸ ਨੂੰ ਇਸ ਕਰਕੇ ਡੋਮੀਨੇਟ ਕਰਦਾ ਹਾਂ ਉਹਦੇ ਭਲੇ ਵਾਸਤੇ। ਮੈਨੂੰ ਥੋੜ੍ਹਾ ਨਾ ਕੁਝ ਵਿੱਚੋਂ ਫਾਇਦਾ ਹੋ ਜਾਣਾ ਹੈ। ਮੈਂ ਇੱਕ ਡੋਮੀਨੇਟ ਕਰਨ ਦੇ ਪਿੱਛੇ, ਮੰਦੇ ਬੋਲ ਬੋਲਣ ਦੇ ਪਿੱਛੇ, ਭੈੜੀ ਬੋਲੀ ਬੋਲ ਕੇ, ਉੱਚਾ ਬੋਲ ਕੇ ਦੇ ਪਿੱਛੇ ਇੱਕ ਐਗਜ਼ਾਮਪਲ ਬਣਾ ਕੇ ਚੱਲ ਰਿਹਾ ਕਿ ਇਹ ਅਵਗੁਣ ਹੈ। ਇਸ ਤਰ੍ਹਾਂ ਮੇਰੇ 'ਚ ਅਨੇਕਾਂ ਅਵਗੁਣ ਨੇ। ਉਹਨਾਂ ਅਵਗੁਣਾਂ ਨੂੰ ਦੇਖਣ ਵਾਸਤੇ ਕੋਈ ਐਨਕ ਚਾਹੀਦੀ ਹੈ? ਸਹੀ ਹੈ ਸੁਰ ਨੋ, ਐਨਕ ਚਾਹੀਦੀ ਹੈ ਕਿ ਨਹੀਂ? ਮੈਨੂੰ ਦੇਖਣੇ ਹੀ ਨਹੀਂ ਆ ਰਹੇ ਤਾਂ ਫਿਰ ਮੈਨੂੰ ਐਨਕ ਚਾਹੀਦੀ ਹੈ ਨਾ। ਮੈਨੂੰ ਕੋਈ ਦੂਰਬੀਨ, ਕੋਈ ਬਾਈਨੋਕੂਲਰ, ਕੋਈ ਮਾਈਕਰੋਸਕੋਪ ਚਾਹੀਦਾ ਹੈ ਨਾ। ਉਹ ਤੇ ਮੈਂ ਤਾਂ ਮੰਗਾਂਗਾ ਜੇ ਮੈਂ ਮੰਨਾਂ ਕਿ ਅਵਗੁਣ ਹੈ। ਇੱਕ ਨਿੱਕਾ ਬੱਚਾ ਹੈ, ਬੱਚੇ ਨੂੰ ਠੰਡ ਲੱਗ ਗਈ ਹੈ, ਬੱਚਾ ਬਿਮਾਰ ਹੋ ਗਿਆ, ਉਹਦਾ ਗਲਾ ਖਰਾਬ ਹੈ, ਉਹਨੂੰ ਜ਼ੁਕਾਮ ਹੈ, ਉਹਨੂੰ ਬ੍ਰੌਂਕਾਈਟਿਸ ਹੋ ਗਿਆ, ਉਹਨੂੰ ਗਲੇ 'ਚੋਂ ਕੌਫ ਆਉਂਦੀ ਹੈ, ਇਹਦੇ ਕਾਰਨ ਉਹਨੂੰ ਬੁਖਾਰ ਚੜ੍ਹਿਆ ਹੋਇਆ ਹੈ। ਅਸੀਂ ਕਹਿ ਰਹੇ ਹਾਂ ਇਹ ਬੱਚੇ ਨੂੰ ਹੁਣ ਡਾਕਟਰ ਕੋਲ ਲਿਜਾਣਾ ਪਏਗਾ। ਤੁਸੀਂ ਬੱਚੇ ਨੂੰ ਚੁੱਕੋ, ਬੱਚਾ ਰੋਣਾ ਸ਼ੁਰੂ ਕਰ ਦੇਗਾ। नहीं, डॉक्टर के पास नहीं जाना। क्यों कहता है बच्चा? क्योंकि बच्चा मन ही नहीं रहा कि मैं बीमार हाँ, और इस बीमारी को ठीक करने वास्ते मैनू डॉक्टर को ले जाया जाए। बच्चा डॉक्टर को जान वास्ते अड़ी करता पाया क्योंकि वो मन नहीं रहा मैं बीमार हाँ। माता पिता नूं ये देखण दी अक्ल है, उन्हां कोल ये अखां दे पिछे एक नज़रिया है कि यह बीमार है। पर हुणे वो इसनूं ठीक नहीं कर सकते ने। इस करके जिहदे कोल होर एक वड्डा नज़रिया है डॉक्टर, माता पिता उस डॉक्टर को इस बच्चे नूं ले जाना चाहते ने कि साडे नज़रिए मुताबक वो इसनूं देखना तो जानता होवे कि यह बीमार है, लेकिन उहदे कोल एक होर नज़रिया भी होवे कि ये बीमारी शुरू कित्थों होई सी। सिर्फ इतना ही नहीं, एक होर नज़रिया भी होवे ये बीमारी ठीक किवें हुंदी है। इस करके वो डॉक्टर को ले जाते हैं। बच्चा मनता नहीं है।
ਅਸੀਂ ਬੱਚੇ ਹਾਂ, ਅਸੀਂ ਉਹੀ ਬੱਚਾ ਹਾਂ ਜਿਹੜਾ ਆਪਣੀ ਬਿਮਾਰੀ ਦੇਖਣੀ ਜਾਣਦਾ ਹੀ ਨਹੀਂ ਹੈ, ਜਿਹਦੇ ਕੋਲ ਇਹ ਅੱਖਾਂ ਹੈ ਹੀ ਨਹੀਂ ਕਿ ਮੈਂ ਬਿਮਾਰ ਹਾਂ, ਜਿਹੜਾ ਮੰਨ ਹੀ ਨਹੀਂ ਰਿਹਾ ਕਿ ਮੈਂ ਬਿਮਾਰ ਹਾਂ। ਸਕੂਲਾਂ ਔਰ ਕਾਲਜਿਸ ਦੇ ਵਿੱਚ ਅਸੀਂ ਜਦੋਂ ਵਿਚਾਰਾਂ ਸਾਂਝ ਕਰਦੇ ਹਾਂ ਤਾਂ ਟੀਚਰਸ ਸਾਨੂੰ ਕਹਿੰਦੀਆਂ ਨੇ ਬੱਚੇ ਨੂੰ ਪਨਿਸ਼ ਕਰਨਾ ਜ਼ਰੂਰੀ ਹੈ। ਮਾਤਾ ਪਿਤਾ ਕਹਿ ਰਹੇ ਹੁੰਦੇ ਨੇ ਬੱਚੇ ਨੂੰ ਪਨਿਸ਼ ਕਰਨਾ ਜ਼ਰੂਰੀ ਹੈ। ਮੈਂ ਉਹਨੂੰ ਪੁੱਛਦਾ ਕਿਉਂ? ਉਹ ਕਹਿੰਦੇ ਨੇ ਇਸਨੇ ਇਹ ਗਲਤੀ की है इसलिए इसको पनिश करना ज़रूरी है। मैं उन्होंने पूछता ये 12वीं क्लास तक 15 या 16 साल तक आपके पास रहेगा, उसके बाद फिर जब गलती करेगा फिर इसको कौन सुधारेगा? वो कहते नहीं अभी तो ये गलती कर रहा है ना, स्कूल में हमारे पास पढ़ने आया, हमने इसको सज़ा देनी है। फिर मैं उन्होंने पूछता इसकी गलती आपको नज़र आ रही है? जो गलती आप करते हैं उसको कौन देखता है? छुटदियां ही वो रब प्रस्ती, खुदा प्रस्ती, भगवान में विश्वास रखने वाला गॉड फियरिंग फंडामेंटल मैनू सुनाते हैं। हम सबको भगवान देखता है। मैं क्या फिर भगवान आपको सज़ा देता है क्या? आपकी किसी गलती की तो सज़ा नहीं देता। आपके पास 16 साल तक की उम्र के बच्चे आएंगे, आपको ये ठेका, ये डिग्री, ये अथॉरिटी दे दी किसने कि आप सज़ा दीजिए। हुण टीचर नूं और माँ प्यो नूं उस बच्चे च अवगुण देखना आंदा है, पर अपना अवगुण देखना नहीं आंदा। कुछ भी देखण दा नज़रिया प्राप्त करना है, पर दूजिया दा मैं अवगुण देखा, अपना अवगुण देखना ना आंदा होवे, उन्नू सिंपल लैंग्वेज विच काना कहंदे ने। इहदे कोल दोनों अखां ठीक नहीं हन, इहदे मन दियां। फरीद जी इस अवस्था नूं कैच कर रहे ने, सानू दस रहे ने ये नज़रिया मैनू प्राप्त हो गया। इस श्लोक दे प्रचलित अर्थ ये कीते जाते ने। फरीद जी कह रहे ने जिन लोयण जग मोया, जड़ियाँ अखां ने सारी दुनिया नू देख देख के मोहियां गईयां सी, मैनू गलत पासे पाया सी, वो अखां मैं देख रहा। अज वो अखां जड़ियाँ अखां सुरमा पान वेले नौकरानी नू बहुत गुस्सा करदियां सी, सज़ा देंदियां सी, कज्जल रेख ना सहंदियां, अज वो मर गया है इंसान और उस दियां अखां दे विच पंछियां ने आलड़े बना ले ने। ये इसदे प्रचलित अर्थ कहे जाते ने, लिखे हुए मिलते ने। ये नैगेटिव पैसीमिस्टिक ख्याल दे नाल, इस तरीके दे नाल उन्नू देखते हाँ तो इंज लगता है। पर फरीद जी बहुत उच्ची अवस्था की गल कह रहे ने से लोयण में डिठ वो वालियां अखां मैनू प्राप्त हो गई हैं। मैं ये नहीं कह सकता कि प्रचलित अर्थ गलत ने।
ਪਰ ਇੰਜ ਤੇ ਵਿਚਾਰ ਕਰ ਸਕਦੇ ਹਾਂ ਕਿ ਇਹਦੇ ਚੋਂ ਨੈਗੇਟਿਵ ਅਰਥ ਕੱਢਣੇ ਹਨ ਕਿ ਪੋਜ਼ਿਟਿਵ ਕੱਢਣੇ ਹਨ। ਚੜ੍ਹਦੀਆਂ ਕਲਾਂ ਵਾਲੇ ਆਪਣਾ ਜੀਵਨ ਉੱਚੀਆਂ ਕਰਨ ਵਾਲੇ ਕੱਢਣੇ ਹਨ ਜਾਂ ਮਰਨ ਤੋਂ ਬਾਅਦ ਵਾਲੇ ਕੱਢਣੇ ਹਨ। ਇਹ ਤੇ ਸਾਨੂੰ ਲੱਭਣਾ ਪਏਗਾ ਨਾ। ਦੂਜਾ ਸ਼ਲੋਕ ਅਸੀਂ ਪੜ੍ਹਿਆ ਸੀ, ਫਰੀਦਾ ਕੁਕੇਂਦਿਆਂ ਚਾਂਗੇਂਦਿਆਂ ਮੱਤੀ ਦੇਂਦਿਆਂ ਨਿਤ, ਜੋ ਸ਼ੈਤਾਨ ਵੰਜਾਇਆ ਸੇਕਿਤ ਫੇਰੈ ਚਿੱਤ। ਜੇ ਉਹਦੇ ਨੈਗੇਟਿਵ ਪ੍ਰਚਲਿਤ ਅਰਥ ਲਈਏ ਤਾਂ ਨੈਗੇਟਿਵ ਟਹਿੰਦੀਆਂ ਗੱਲਾਂ ਦੇ ਪ੍ਰਚਲਿਤ ਅਰਥ ਨੇ, ਤੈਨੂੰ ਇਤਨਾ ਕੂਕ ਕੂਕ ਕੇ ਚੀਕ ਚੀਕ ਕੇ ਉੱਚਾ ਬੋਲ ਬੋਲ ਕੇ ਤੈਨੂੰ ਮੱਤ ਦਿੱਤੀ, ਲੇਕਿਨ ਤੂੰ ਅਲਟੀਮੇਟਲੀ ਭੈੜਾ ਹੀ ਬਣਿਆ ਰਿਹਾ। ਕੁਕੇਂਦਿਆਂ ਚਾਂਗੇਂਦਿਆਂ ਮੱਤੀ ਦੇਂਦਿਆਂ ਨਿਤ, ਤੈਨੂੰ ਰੋਜ਼ ਮੱਤ ਦਿੱਤੀ, ਜੋ ਸ਼ੈਤਾਨ ਵਜਾਇਆ ਸਿੱਕਿਤ ਫੇਰੈ ਚਿੱਤ। ਤੂੰ ਸ਼ੈਤਾਨ ਪਿੱਛੇ ਲੱਗ ਪਿਆ ਅਤੇ ਹੁਣ ਤੂੰ ਸਿੱਧੇ ਪਾਸੇ ਪੈਂਦਾ ਨਹੀਂ। ਫਰੀਦ ਜੀ ਕਹਿੰਦੇ ਪਏ ਨੇ, ਮੇਰੇ ਮਨ ਨੂੰ ਦਿਨ ਰਾਤ ਕੂਕ ਕੂਕ ਕੇ ਪੁਕਾਰ ਪੁਕਾਰ ਕੇ ਦੁਹਾਈ ਪਾ ਪਾ ਕੇ ਸੱਚ ਦਾ ਵਾਸਤਾ ਪਾ ਕੇ ਤੈਨੂੰ ਨੇਚਲ ਰਾਜ ਮਿਲ ਸਕਦਾ ਹੈ, ਤੂੰ ਹਮੇਸ਼ਾ ਵਾਸਤੇ ਸੁਖੀ ਹੋ ਸਕਦਾ ਹੈ। ਓਏ ਮੇਰੇ ਮਨ ਮੂਰਖ ਅਜੂ ਨਾ ਸਮਝ। ਉਸ ਮਨ ਨੂੰ ਕਹਿ ਕੇ ਮੱਤੀ ਦੇਂਦਿਆਂ ਨਿਤ ਕਰਕੇ ਜਦੋਂ ਸਮਝਾਇਆ, ਉਸ ਮਨ ਨੇ ਜਿਹੜੇ ਅਵਗੁਣ ਸੀ, ਕੀਟਾਣੂ ਸੀ, ਜਿਹੜੇ ਵਾਇਰਸ ਸੀ, ਉਹ ਕੱਢ ਕੇ ਵਗਾ ਮਾਰੇ। ਸ਼ੈਤਾਨ ਵੰਜਾਇਆ, ਛੋੜ ਦਿੱਤਾ, ਛੋੜ ਆਏ ਹਮ ਉਹ ਗਲੀਆਂ। ਜੋ ਇੱਕ ਵਾਰੀ ਮੰਦੇ ਪਾਸੇ ਦੀਆਂ ਗਲੀਆਂ ਛੋੜ ਦਿੰਦਾ ਹੈ ਨਾ, ਸੇਕਿਤ ਫੇਰੈ ਚਿੱਤ, ਉਹ ਮੁੜ ਕੇ ਯੂ ਟਰਨ ਲੈ ਕੇ ਭੈੜੇ ਪਾਸੇ ਨਹੀਂ ਜਾਂਦਾ। ਪਰ ਸ਼ਰਤ ਰਹੇਗੀ, ਜਦੋਂ ਤੱਕ ਤੂੰ ਸਿੱਧੇ ਪਾਸੇ ਪਵੇਂ ਨਾ। ਇਸ ਸ਼ਲੋਕ ਵਿੱਚ ਫਰੀਦ ਜੀ ਇਹ ਕਹਿਣ ਦਾ ਯਤਨ ਕਰ ਰਹੇ ਨੇ, ਮੈਨੂੰ ਉਹ ਨਜ਼ਰੀਆ, ਉਹ ਵਿਜ਼ਨ, ਉਹ ਵੇਖਣ ਦੀ ਅੱਖ ਪ੍ਰਾਪਤ ਹੋ ਗਈ ਹੈ। ਵੇਖਣ ਦੀ ਅੱਖ ਪ੍ਰਾਪਤ ਨਾ ਹੋਏ, ਸਾਨੂੰ ਲੋਕੀ ਨਜ਼ਰ ਆਉਂਦੇ ਨੇ, ਇਹ ਹਿੰਦੂ ਹੈ, ਇਹ ਮੁਸਲਮਾਨ ਹੈ, ਇਹ ਸਿੱਖ ਹੈ, ਇਹ ਈਸਾਈ ਹੈ। ਕਿਸੇ ਨੂੰ ਅਸੀਂ ਛੂਤ ਕਹਿੰਦੇ ਹਾਂ, ਕਿਸੇ ਨੂੰ ਅਛੂਤ ਕਹਿੰਦੇ ਹਾਂ, ਕਿਸੇ ਨੂੰ ਅਸੀਂ ਅਮੀਰ ਕਹਿੰਦੇ ਹਾਂ, ਕਿਸੇ ਨੂੰ ਗਰੀਬ ਕਹਿੰਦੇ ਹਾਂ, ਕਿਸੇ ਨੂੰ ਗੋਰਾ ਕਹਿੰਦੇ ਹਾਂ, ਕਿਸੇ ਨੂੰ ਕਾਲਾ ਕਹਿੰਦੇ ਹਾਂ, ਕਿਉਂਕਿ ਸਾਡੇ ਮਨ ਦਾ ਪਰ ਜੇ ਨਜ਼ਰੀਆ ਪ੍ਰਾਪਤ ਹੋ ਜਾਏ ਤਾਂ ਕਹਿੰਦੇ ਦੋਏ ਦੋਏ ਲੋਚਨ ਪੇਖਾ, ਹੋ ਹਰ ਵੀ ਨਵਰ ਨਾ ਦੇਖਾ। ਇਹ ਹੋ ਕੌਣ ਹੈ, ਕਿਸਨੇ ਦੇਖਾ? ਮੇਰੇ ਮਨ ਨੇ, ਜਿਸਨੂੰ ਪਹਿਲਾਂ ਵੇਖਣ ਦੀ ਅਕਲ ਨਹੀਂ ਸੀ। ਅੱਖਾਂ ਇਹੋ ਸਨ, ਪਰ ਸਾਡਾ ਉਸਤਾਦ ਕੌਣ ਬਣ ਗਿਆ? ਇੱਕ ਬੰਦਾ ਡਾਕਟਰ ਕੋਲ ਗਿਆ, ਡਾਕਟਰ ਸਾਹਿਬ ਸ਼ਰਾਬੀਆ ਸੀ ਉਹ ਬੰਦਾ, ਜਾ ਕੇ ਕਹਿੰਦਾ ਡਾਕਟਰ ਸਾਹਿਬ ਮੈਨੂੰ ਨਾ 2 ਦੇ 4 ਨਜ਼ਰ ਆਉਂਦੇ ਨੇ, 2 ਦੇ 4 ਨਜ਼ਰ ਆਉਂਦੇ ਨੇ। ਡਾਕਟਰ ਅੱਗੋਂ ਪਤਾ ਉਹਨੂੰ ਕੀ ਕਹਿੰਦਾ, ਤੁਹਾਨੂੰ 8 ਨੂੰ ਇਹੋ ਪ੍ਰੋਬਲਮ ਹੈ। ਐਸੇ ਸਾਡੇ ਡਾਕਟਰ, ਜਿਹਦੀ ਆਪਣੀ ਅੱਖ ਖਰਾਬ ਹੈ, ਉਹ ਦੂਜਿਆਂ ਦੀ ਅੱਖਾਂ ਠੀਕ ਕਰਨ ਲੱਗਾ ਹੈ। ਜਦੋਂ ਅਸੀਂ ਲੋਕਾਂ ਨੂੰ ਘੁਮਾ ਦੇਣ ਦੀ ਅਕਲ ਪ੍ਰਾਪਤ ਕਰ ਲੈਂਦੇ ਹਾਂ ਨਾ, ਅਸੀਂ ਸੋਚਦੇ ਹਾਂ ਮੈਂ ਸਭ ਨੂੰ ਮੂਰਖ ਬਣਾ ਸਕਦਾ। ਉਸ ਵੇਲੇ ਅਸੀਂ ਸਮਝ ਰਹੇ ਹੁੰਦਾ ਮੈਨੂੰ ਅਕਲ ਜ਼ਿਆਦਾ ਆ ਗਈ ਹੈ,
ਗੁਰੂ ਸਾਹਿਬ ਕਹਿ ਰਹੇ ਨੇ ਲੋਕਾਂ ਨੂੰ ਤੂੰ ਮੂਰਖ ਬਣਾ ਕੇ ਮੈਨੂਵਰ ਕਰ ਸਕਦਾ ਹੈ, ਪਰ ਅੰਦਰ ਤੈਨੂੰ ਆਪ ਪਤਾ ਹੈ। ਤੂੰ ਜਦੋਂ ਸ਼ੀਸ਼ੇ ਦੇ ਸਾਹਮਣੇ ਖੜਾ ਹੁੰਦਾ ਹੈ, ਯੂ ਕੈਨ ਮੇਕ ਦ ਪੀਪਲ ਫੂਲ, ਬਟ ਯੂ ਕੈਨ ਨਾਟ ਮੇਕ ਦ ਪਰਸਨ ਫੂਲ ਹੂ ਇਜ਼ ਸਟੈਂਡਿੰਗ ਬਿਹਾਈਂਡ ਦ ਮਿਰਰ। ਆਪਣੇ ਆਪ ਨੂੰ ਤੈਨੂੰ ਪਤਾ ਹੁੰਦਾ ਹੈ, ਮੈਂ ਲੋਕਾਂ ਨਾਲ ਮੋਮੋ ਠੱਗਣੀ ਕਰਕੇ, ਮੈਂ ਗੱਲਾਂ ਘੁਮਾ ਕੇ ਇਸ ਤਰੀਕੇ ਦੇ ਨਾਲ ਕਰ ਦਿੰਦਾ ਕਿ ਲੋਕੀ ਮੂਰਖ ਬਣ ਜਾਂਦੇ ਨੇ, ਪਰ ਤੂੰ ਇਹ ਨਹੀਂ ਸੋਚਦਾ ਇਹਦੇ ਨਾਲ ਮੈਂ ਆਪਣੇ ਨਿੱਜ ਘਰ, ਆਪਣੇ ਅੰਤਰਾਤਮੇ, ਆਪਣੀ ਕੌਨਸ਼ੀਅੰਸ, ਆਪਣੇ ਹਿਰਦੇ ਜੀੜੇ 'ਚ ਜਿਹੜੇ ਰੱਬ ਜੀ ਵਸਦੇ ਨੇ ਉਹਨਾਂ ਦੇ ਨਾਲ ਮੈਂ ਇੱਕ ਮਿਕਤਾ ਨਹੀਂ ਪ੍ਰਾਪਤ ਕਰ ਸਕਦਾ, ਬਾਹਰੋਂ ਦੁਨੀਆ ਜਿੱਤ ਸਕਦਾ। ਲੋਕਾਂ ਨੂੰ ਗੱਲਾਂ ਦੇ ਨਾਲ ਚਾਰ ਲੈਣਾ ਸਿਆਣਪ ਨਹੀਂ ਹੈ, ਨੁਕਸਾਨ ਤੇਰਾ ਹੈ। ਲੋਕੀ ਮੂਰਖ ਬਣ ਜਾਂਦੇ ਨੇ, ਬਣ ਹੀ ਜਾਂਦੇ ਨੇ। ਤੇਰੀ ਦੁਕਾਨ ਚਲਦੀ ਹੀ ਤਾਂ ਹੈ ਕਿਉਂਕਿ ਲੋਕੀ ਮੂਰਖ ਬਣ ਜਾਂਦੇ ਹਨ, ਇਸ ਕਰਕੇ ਪਖੰਡੀਆਂ ਦੀਆਂ ਦੁਕਾਨਾਂ ਚੱਲਦੀਆਂ। ਪਰ ਮੈਂ ਤੇ ਗੱਲ ਕਰ ਰਿਹਾ ਸੀ ਕਿ ਮੈਨੂੰ ਲੋਕਾਂ ਨੂੰ ਘੁਮਾਉਣ ਦੀ ਅਕਲ ਪ੍ਰਾਪਤ ਹੈ, ਲੋਕਾਂ ਨੂੰ ਮੂਰਖ ਬਣਾਉਣ ਦੀ ਅਕਲ ਪ੍ਰਾਪਤ ਹੈ। ਮੈਂ ਇਹਨੂੰ ਆਪਣੀ ਕਾਮਯਾਬੀ ਸਮਝ ਰਿਹਾ, पर अंतरजामी सब विद जान है तो किस पे आख सुनाइए। वो अंतरजामी रब मेरे अंदर वसदा है, वो तो जानता है ना कि मैं हिपोक्रेसी कर रहा हाँ, तो मैं वो अंदर एक मिकता नहीं प्राप्त कर सकता। तो जे एक मिकता प्राप्त ना होए तो मन कुरबल कुरबल करता है, रजदा कदे नहीं, अपसैट रहिंदा है। ये नज़रिया प्राप्त हो गया। फरीद जी कहते ने मनु जिन लोयण जग मोहिया, ਕਿਹੜੇ ਲੋਇਣ ਨੇ ਜਗ ਮੋਹ ਲਿਆ? ਜਗ ਕਿਹਨੂੰ ਕਹਿੰਦੇ ਨੇ? ਜਗ ਕਹਿੰਦੇ ਨੇ ਮੇਰੇ ਮਨ ਦੇ ਥਾਟ ਪ੍ਰੋਸੈਸ, ਮੇਰੇ ਮਨ ਦੇ ਸੋਚਣੀ ਦੇ ਢੰਗ ਨੂੰ ਜਗ ਕਹਿੰਦੇ ਨੇ ਧਾਰਮਿਕ ਦੁਨੀਆ ਵਿੱਚ। ਜਗ ਤੁਸੀਂ ਸਭ ਨੇ ਬਚਪਨ ਹੀ ਸੁਣਿਆ, ਮੈਂ ਵੀ ਸੁਣਿਆ। एक बंदा ਉਹਦਾ ਨਾਂ शेख चिल्ली, रेलवे स्टेशन ते लाला जी का सम्मान चुकता है, सिर ते रखता है और लाला जी उसनों कहते ने इसको ध्यान से उठाना, टूट ना जाए। हुण ए अपना एक जग रचना कर रहा है। लाला जी मेरे को 10 रुपये देंगे, 10 रुपये से मैं मुर्गी लाऊंगा, मुर्गी से अंडा होगा, अंडे बेचूंगा और बनाऊंगा, फिर पोल्ट्री फार्म होगा, फिर ऐसे होगा, फिर मेरी शादी होगी, फिर मेरे बच्चे होंगे, फिर ऐसे होगा, फिर मैं प्लॉट खरीदूंगा, फिर मैं मकान बनाऊंगा, फिर मैं ऐसे बैंक बैलेंस होगा, फिर ऐसे सब कुछ होगा। अचानक केले के छिलके ते उहदा पैर फिसल गया, सिर ते चुकी हुई टोकरी जिहदे विच क्रॉकरी सी लाला जी दी टुट गई। लाला जी ने उसनूं गुस्सा भी किया, 10 रुपये चो एक पैसा नहीं दिता। कहंदा अब क्यों पैसे नहीं दे रहे? कहंदा तुमने हमारा सारा क्रॉकरी तोड़ दिया। कहंदा लाला जी तुहाडी ते एक टोकरी क्रॉकरी टुटी है, मेरा ते सारा जग ही उजड़ गया। ये जग धुएं का पहाड़ इहनूं कहंदे ने। ये जग धुएं का पहाड़ मेरे मन ने बनाया सी, पर इस मन नूं जदों ये वाली सच देखण दी, सच समझण दी, अपने अवगुणां नूं चैक करन दी अखां प्राप्त होईयां ना, तो मेरा मन ना उन्हां वल मोया गया। इनू गुरबाणी च कहंदे ने हर मोहे अड़ी साच शब्द, मोहन मोह लिया मन मेरा। जिन लोयण जग मोहिया, मेरा मन मोया गया सच वास्ते। साडे सब दा मन मोया जाता है। दुनिया का कोई भी इंसान भैड़ा बनना नहीं चाहता, पर जिहड़ा भैड़ा बन गया उन्होंने भी चंगे गुण चंगियां गल्लां पसंद आंदियां ने। ये गल वक्री है कि प्रैक्टिस नहीं कर पा रहा, अपने विशे सर्कल तो, अपनी वैब तो, अपने मकड़ी के जाले तो निकल नहीं पा रहा, पर पसंद उन्होंने भी ने।
ਚੰਗੀਆਂ ਗੱਲਾਂ ਦੇ ਨਾਲ ਹਰ ਕੋਈ ਮੋਹਿਆ ਜਾਂਦਾ ਹੀ ਹੈ। ਮੇਰੇ ਮਨ ਨੂੰ ਸੱਚੀ ਮੁੱਚੀ ਦਾ ਉਹ ਨਜ਼ਰੀਆ ਪ੍ਰਾਪਤ ਹੋਇਆ, ਉਹ ਅੱਖਾਂ ਪ੍ਰਾਪਤ ਹੋ ਗਈਆਂ, ਉਹ ਵਿਜ਼ਨ ਪ੍ਰਾਪਤ ਹੋ ਗਿਆ, ਮੋਹਿਆ ਗਿਆ ਮੇਰਾ ਜਿਨ ਲੋਹਣ ਜਗ ਮੋਹਿਆ। ਜਿਹੜੀਆਂ ਅੱਖਾਂ, ਜਿਹੜਾ ਦੇਖਣ ਦਾ ਨਜ਼ਰੀਆ, ਉਸ ਨੂੰ ਮੇਰੀ ਭੈਣ ਪਹਿਲਾਂ ਡਿਸਕਸ ਕਰ ਰਹੀ ਸੀ। ਸਗਲ ਭਵਨ ਕੇ ਨਾਇਕਾ ਇੱਕ ਛਿਨ ਦਰਸ਼ ਦਿਖਾਏ ਜੀ। ਉਹ ਦਰਸ਼, ਉਹ ਦੇਖਣ ਦੀ ਅੱਖ ਪ੍ਰਾਪਤ ਹੋ ਗਈ। ਜਿਹਦੇ ਨਾਲ ਮਲਿਨ ਭਈ ਮਤ ਮਾਧਵਾ, ਮੈਨੂੰ ਆਪਣੀ ਮੈਲੀ ਬੁੱਧੀ ਦੇਖਣ ਦੀ ਅਕਲ ਆ ਗਈ, ਆਪਣੇ ਅਵਗੁਣ ਚੈੱਕ ਕਰਨ ਦੀ ਅਕਲ ਆ ਗਈ। ਕੱਜਲ ਰੇਖ ਨਾ ਸਹਿੰਦਿਆਂ, ਜਦੋਂ ਮੇਰਾ ਮਨ ਸੱਚ ਲੈ ਲੈਂਦਾ ਹੈ ਨਾ, ਸੱਚ ਵਾਲੇ ਪਾਸੇ ਮੋਹਿਆ ਜਾਂਦਾ ਹੈ ਨਾ, ਉਸ ਤੋਂ ਬਾਅਦ ਇੱਕ ਨਿੱਕੀ ਜੀ ਕਾਲਖ ਜਿਤਨੀ ਵੀ ਲੀਕ ਉੱਤੇ, ਡਾਟ ਉੱਤੇ ਵੀ ਟੁਰਨਾ ਨਹੀਂ ਚਾਹੁੰਦਾ। ਝੂਠ ਦੇ ਉੱਤੇ ਲਕੀਰ ਦਾ ਫਕੀਰ ਨਹੀਂ ਹੁੰਦਾ, ਕਰਮ ਕਾਂਡ ਉੱਤੇ ਲਕੀਰ ਦਾ ਫਕੀਰ ਨਹੀਂ ਹੁੰਦਾ, ਪਾਖੰਡ ਉੱਤੇ ਲਕੀਰ ਦਾ ਫਕੀਰ ਨਹੀਂ ਹੁੰਦਾ, ਲੋਕਾਂ ਦੇ ਕਹੇ ਕਵਾਏ ਉੱਤੇ ਲਕੀਰ ਦਾ ਫਕੀਰ ਨਹੀਂ ਹੁੰਦਾ। ਉਹ ਅੱਖਾਂ ਮਿਲ ਗਈਆਂ। ਫਰੀਦ ਜੀ ਇਹ ਦੱਸ ਰਹੇ ਨੇ ਕਿ ਮੇਰਾ ਮਨ ਸੱਚ ਨਾਲ ਕਨਵਿੰਸ ਹੋ ਗਿਆ ਹੈ। ਅਸੀਂ ਜਦੋਂ ਤੱਕ ਸੱਚ ਨਾਲ ਕਨਵਿੰਸ ਨਹੀਂ ਹੁੰਦੇ ਹਾਂ ਤਾਂ ਤੱਕ ਸੱਚ ਤੇ ਟੁਰਦੇ ਨਹੀਂ ਹਾਂ। ਕਿਸ ਤਰ੍ਹਾਂ ਮੈਂ ਆਪਣੀ ਗੱਲ ਨੂੰ ਜਸਟੀਫਾਈ ਕਰਾਂ? ਕਿਸ ਤਰ੍ਹਾਂ? ਫੋਰ ਐਗਜ਼ਾਮਪਲ, ਮੈਂ ਸ਼ਮਸ਼ਾਨ ਭੂਮੀ ਗਿਆ, ਸਾਡੇ ਕਿਸੇ ਰਿਸ਼ਤੇਦਾਰ ਦੀ ਡੈਥ ਹੋਈ ਸੀ, ਸਾਡੇ ਕਿਸੇ ਫਰੈਂਡ ਦੀ ਡੈਥ ਹੋਈ ਸੀ, ਔਰ ਉੱਥੇ ਖੜਾ ਹੋ ਕੇ ਮੈਂ ਆਪਣੇ ਦੋਸਤਾਂ ਮਿੱਤਰਾਂ ਨਾਲ ਕਹਿ ਰਿਹਾ ਸੀ, ਆਖਿਰਕਾਰ ਇੱਥੇ ਇੱਕ ਦਿਨ ਆਉਣਾ ਹੀ ਹੈ, ਇੱਕ ਦਿਨ ਤੇ ਇੰਝ ਹੀ ਮਰ ਜਾਵਾਂਗੇ। ਫਿਰ ਕਾਹਦੀ ਕਿਸੇ ਨਾਲ ਲੜਾਈ ਕਰਨੀ, ਕਾਹਦਾ ਕਿਸੇ ਨਾਲ ਵੈਰ ਕਰਨਾ, ਕਾਹਦਾ ਪਖੰਡ ਕਰਨਾ, ਕਾਹਦਾ ਲੋਕਾਂ ਨਾਲ ਲਾਗਾਤਾਗੀ ਕਰਨੀ। ਔਰ ਇਹ ਮੈਂ ਕਹਿ ਕੇ 1 ਮਿੰਟ ਬਾਅਦ ਭੁੱਲ ਗਿਆ, ਸ਼ਮਸ਼ਾਨ ਘਾਟ ਤੋਂ ਬਾਹਰ ਗਿਆ। ਮੈਂ ਇਹ ਮੰਨਦਾ ਹੀ ਨਹੀਂ ਕਿ ਮੈਂ ਮਰਨਾ ਹੈ ਤੇ ਇੱਥੇ ਆਉਣਾ। ਤਾਂ ਹੀ ਤਾਂ ਮੈਂ ਸ਼ਮਸ਼ਾਨ ਘਾਟ ਤੋਂ ਬਾਹਰ ਨਿਕਲਣ ਸਾਰ ਫਿਰ ਉਹੀ ਬਹਿਰੂਪੀਆ ਵਾਲੀ ਗੇਮ ਸ਼ੁਰੂ ਕਰਦਾ, ਫਿਰ ਉਹੀ ਪਰਸੋਨਾ ਲਗਾਉਂਦਾ, ਫਿਰ ਉਹੀ ਪਾਖੰਡੀ ਬਣਦਾ, ਕਿਉਂਕਿ ਮੈਂ ਮੰਨ ਹੀ ਨਹੀਂ ਰਿਹਾ ਕਿ ਮੈਂ ਮਰ ਕੇ ਆਵਾਂਗਾ। ਇਹਦਾ ਮਤਲਬ ਮੈਂ ਕਨਵਿੰਸ ਹੀ ਨਹੀਂ ਹੋਇਆ ਸੀ। ਜਿਸ ਵੇਲੇ ਮੈਂ ਸੱਚੀ ਮੁੱਚੀ ਅੰਦਰੋਂ ਕਨਵਿੰਸ ਹੋ ਜਾਵਾਂਗਾ, ਫਿਰ ਪਾਖੰਡ ਮੇਰੇ ਕੋਲੋਂ ਛੁੱਟ ਜਾਏਗਾ, उड़ जाएगा, काले कांच चले जाएंगे। क्या हंस क्या बगला कागो हंस करे बन जाएगा। मंदे कालख वाली लीक दे रस्ते दे लेख रेख मेघ सब कुछ मिट गया, कौन बर्दाश्त नहीं होता। अमेरिका एक बंदा साढ़े गैस स्टेशन पेट्रोल पंप ते काम करन आया। मैं गल कर रहा 82, 83, 84, 5 विच। एक दिन कहता है तुहाडे पेट्रोल पंप ते मैं पेट्रोल पा रहा, कार दा शीशा अगों इंच साफ कर रहा। दिल्ली विचारे नेपाल तो या बिहार तो आए भईए इंज करते ने, मैं अमरीका इंज करदा पिया। ਉਹ ਭੁਪਿੰਦਰ ਸਿੰਘ ਜੀ, ਸਾਡੇ ਪਿਓ ਨੇ ਐਸੀ ਜਗ੍ਹਾ ਇੰਡੀਆ ਨੌਕਰੀ ਕੀਤੀ, ਲੱਖਾਂ ਕਰੋੜਾਂ ਰੁਪਏ ਮਿਲ ਸਕਦੇ ਸਨ, ਪਰ ਕੀ ਫਾਇਦਾ ਹੋਇਆ। ਸਾਡਾ ਪਿਓ ਬਸ ਇਹ ਲੇਬਲ ਲਗਾਉਂਦਾ ਰਿਹਾ, ਮੈਂ ਰਿਸ਼ਵਤ ਨਹੀਂ ਲੈ ਸਕਦਾ, ਮੈਨੂੰ ਮੇਰੀ ਅਣਖ ਨੂੰ ਸੱਟ ਵੱਜਦੀ ਹੈ, ਬਸ ਉਹ ਤੇ ਇਹ ਵਾਵਾ ਲੈਂਦਾ ਰਿਹਾ ਸਾਡਾ ਪਿਓ। ਅੱਜ ਉਹਨਾਂ ਦਾ ਪੁੱਤਰ ਦੇਖੋ ਅਮਰੀਕਾ ਇੰਨੀ ਠੰਡ 'ਚ ਪੈਟਰੋਲ ਪਿਆ ਭਰਦਾ, ਕਾਰਾਂ ਸਾਫ਼ ਕਰਦਾ ਪਿਆ। ਉਹਨੂੰ ਇਹ ਸਮਝ ਨਹੀਂ ਸੀ ਆ ਰਹੀ ਦਰਅਸਲ ਕਿ ਉਹਦੇ ਪਿਓ ਕੋਲ ਇਹ ਗੱਲ ਬਰਦਾਸ਼ਤ ਹੀ ਨਹੀਂ ਹੁੰਦੀ ਸੀ ਕਿ ਮੈਂ ਰਿਸ਼ਵਤ ਲਵਾਂ। ਜੋ ਇੱਕ ਵਾਰੀ ਸੱਚ ਨਾਲ ਕਨਵਿੰਸ ਹੋ ਜਾਂਦਾ ਹੈ ਨਾ, ਉਹ ਇਸ ਗੱਲ ਦੇ ਨਾਲ ਕਨਵਿੰਸ ਨਹੀਂ ਹੋ ਸਕਦਾ ਕਿ ਮੈਂ ਰਿਸ਼ਵਤ ਲਵਾਂ।
ਕੱਜਲ ਰੇਖ ਨਾ ਸਹਿੰਦਿਆਂ ਉਹ ਭੈੜ ਸਹਾਰ ਹੀ ਨਹੀਂ ਸਕਦੇ ਨੇ ਕਿ ਆਈ ਸ਼ੁੱਡ ਪਲੇ ਦੈਟ, ਮੈਂ ਇਹ ਵਾਲਾ ਜੀਵਨ ਜੀਵਾਂ, ਮੈਂ ਇਸ ਤਰ੍ਹਾਂ ਰਿਸ਼ਵਤ ਲਵਾਂ, ਮੈਂ ਜਗਾਲਾਂ ਕੱਢਾਂ, ਮੈਂ ਆਪਣੀ ਨੂੰਹ ਨੂੰ ਦਾਜ ਦੇ ਨਾਂ ਹੇਠਾਂ ਸਾੜਾਂ। ਨਹੀਂ ਹੈ, ਮੇਰੇ ਕੋਲ ਬਰਦਾਸ਼ਤ ਨਹੀਂ ਹੁੰਦਾ, ਨਹੀਂ, ਆਈ ਕੈਨ ਨਾਟ ਡੂ ਦਿਸ। ਮੈਂ ਦਾਜ ਦੇ ਨਾਂ ਹੇਠਾਂ ਕਿਸੇ ਦੀ ਬੇਟੀ ਨੂੰ ਨਹੀਂ ਸਤਾ ਸਕਦਾ। ਮੈਂ ਆਪਣੇ ਬੇਟੇ ਦੇ ਵਿਆਹ 'ਤੇ ਸ਼ਰਾਬ ਵੰਡ ਕੇ ਕੰਜਰ ਨਾਚ ਨਹੀਂ ਕਰਾ ਸਕਦਾ। ਕੱਜਲ ਰੇਖ ਨਾ ਸਹਿੰਦਿਆਂ, ਪਰ ਇਹ ਨਜ਼ਰੀਆ ਪ੍ਰਾਪਤ ਤੇ ਹੋਏ, ਮੈਂ ਕਨਵਿੰਸ ਤੇ ਹੋਵਾਂ ਨਾ ਇਹਦੇ ਨਾਲ। ਜਿਲ ਲੋਇਣ ਜਗ ਮੋਹਿਆ ਸੇ ਲੋਇਣ ਮੈਂ ਡਿੱਠ, ਮੈਨੂੰ ਮੰਦਾ ਰਸਤਾ ਹੁਣ ਬਰਦਾਸ਼ਤ ਨਹੀਂ, ਮਾਫਕ ਨਹੀਂ। I don't want to be ਬਿਮਾਰ again. I want to be healthy forever. ਇਟਰਨਲ ਅਵਸਥਾ ਮੈਨੂੰ ਚਾਹੀਦੀ ਹੈ। ਬਸ ਉਹ ਬੰਦਾ ਭ੍ਰਸ਼ਟਾਚਾਰ ਤੋਂ ਛੁੱਟ ਜਾਂਦਾ। ਕੱਜਲ ਰੇਖ ਨਾ ਸਹਿੰਦਿਆਂ ਸੇ ਪੰਖੀ ਸੂਏ ਬਹੀਠ, ਪੰਖੀ ਸੂਏ ਚੰਗੇ ਖਿਆਲ ਪ੍ਰਸੂਤ ਹੋ ਗਏ। ਪੰਖੀ ਸੂਏ ਚੰਗੇ ਚੰਗੇ ਖਿਆਲਾਂ ਦੇ ਪੰਖੀ ਮੇਰੇ ਅੰਦਰ ਪੈਦਾ ਹੋ ਗਏ। ਜਿਸ ਤਰ੍ਹਾਂ ਇੱਕ ਮਾਂ ਦੇ ਅੰਦਰ ਬੱਚਾ ਕਨਸੀਵ ਹੁੰਦਾ ਹੈ, ਪੈਦਾ ਹੁੰਦੀ ਹੈ ਜਦੋਂ ਉਹ ਜਣਦੀ ਹੈ ਬੱਚੇ ਨੂੰ, ਇਸ ਤਰ੍ਹਾਂ ਮੇਰੇ ਅੰਦਰ ਚੰਗੇ ਚੰਗੇ ਖਿਆਲਾਂ ਦੇ ਪੰਛੀ ਪੈਦਾ ਹੋ ਗਏ। ਸੂਏ ਬਹਿਟ, ਚੰਗੇ ਖਿਆਲਾਂ ਦਾ ਪ੍ਰਸੂਤ ਹੋਣਾ, ਉਤਪੰਨ ਹੋਣਾ, ਸੱਚ ਦਾ ਵਾਸਾ ਹੋ ਗਿਆ। ਨਾਓ ਸੱਚ ਰਿਜ਼ਾਈਡਸ ਹੀਅਰ। ਕੱਲ ਮੇਰਾ ਵੀਰ ਅੱਜ ਸਵੇਰੇ ਉਸ ਗੁਰਦੁਆਰੇ ਵਿੱਚ ਡਿਸਕਸ ਕਰ ਰਿਹਾ ਸੀ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੁਥਾਨ ਸੁਹਾਵਾ ਰਾਮ ਰਾਜੀ। ਥਾਨ ਸੁਹਾਵਾ ਹੋ ਗਿਆ, ਕਿਉਂ? ਇੱਥੇ ਸਤਿਗੁਰ ਆ ਕੇ ਬੈਠ ਗਿਆ, ਥਾਨ ਸੁਹਾਵਾ ਹੋ ਗਿਆ। ਇਹ ਨਹੀਂ ਕਿਹਾ ਜਾ ਰਿਹਾ ਕਿ ਬਾਹਰਲਾ ਥਾਨ ਸਾਫ਼ ਨਹੀਂ ਕਰਨਾ ਚਾਹੀਦਾ, ਲੇਕਿਨ ਸਾਰੀ ਉਮਰ ਬਾਹਰਲਾ ਥਾਨ ਤੂੰ ਸਾਫ਼ ਕਰਦਾ ਰਿਹਾ, ਇਹ ਥਾਨ ਸਾਫ਼ ਨਾ ਕੀਤਾ। ਜਿਸ ਦਾ ਇਹ ਥਾਨ ਸਾਫ਼ ਹੋ ਜਾਂਦਾ ਨਾ, ਉਹਨੂੰ ਸਾਰੇ ਲੋਕੀ ਚੰਗੇ ਲੱਗਦੇ ਨੇ। ਇਕੁਐਲਿਟੀ ਪਸੰਦ ਆ ਚੁੱਕੀ ਹੁੰਦੀ ਹੈ, ਵਿਤਕਰਾ ਬਰਦਾਸ਼ਤ ਨਹੀਂ ਹੁੰਦਾ। ਥਾਨ ਸੁਹਾਵਾ ਹੋ ਗਿਆ, ਔਰ ਜਿਸ ਦਾ ਥਾਨ ਸੁਹਾਵਾ ਹੋ ਜਾਂਦਾ ਹੈ, ਉਹਦੇ ਉੱਥੇ ਚੰਗੇ ਚੰਗੇ ਗੁਣਾਂ ਦਾ ਵਾਸਾ ਹੋ ਗਿਆ। ਉੱਚੀ ਉਡਾਰੀ ਵਾਲੇ ਪੰਖੀ ਪ੍ਰਾਪਤ ਹੋ ਗਏ ਨੇ, ਕਾਲਖ ਵਾਲੇ ਕਾਲੇ ਕਾਂ ਉੱਡ ਕੇ ਚਲੇ ਗਏ ਨੇ, ਇੱਲਾਂ ਚਲੀਆਂ ਗਈਆਂ। ਇੱਲਾਂ ਕਾਂ ਕੀ ਹੁੰਦਾ? ਇੱਕ ਸ਼ਬਦ ਆਉਂਦਾ ਹੈ, ਜਿੱਥੇ ਡਿੱਠਾ ਮਿਰਤਕੋ ਇੱਲ ਬੈਠੀ ਆਏ। ਜਿੱਥੇ ਵੀ ਮੁਰਦਾਰ ਪਿਆ ਹੋਵੇ ਨਾ, ਇੱਲਾਂ ਉੱਡ ਕੇ ਆ ਜਾਂਦੀਆਂ। ਇਹ ਤੇ ਕੁਦਰਤ ਦਾ ਇੱਕ ਸਿਸਟਮ ਹੈ, ਇੱਲਾਂ ਆ ਜਾਂਦੀਆਂ। ਪਰ ਇਸ ਸੀਨ ਨੂੰ ਮੇਰੇ ਤੇ ਲਗਾ ਕੇ ਬਿਆਨ ਕਰਦੇ ਨੇ, ਮੇਰਾ ਮਨ ਜਿੱਥੇ ਮ੍ਰਿਤਕ ਦਿਖਦਾ ਹੈ, ਜਿੱਥੇ ਕਿਸੇ ਦਾ ਅਵਗੁਣ ਦਿਖਦਾ ਹੈ, ਇੱਲਾਂ ਵਾਂਗੂ ਉੱਥੇ ਆ ਜਾਂਦਾ। ਇੱਲ ਕੋਲ ਬੜੀ ਜ਼ਬਰਦਸਤ ਅੱਖ ਹੁੰਦੀ ਹੈ, ਹਜ਼ਾਰਾਂ ਫੁੱਟ ਉੱਪਰ ਹੁੰਦੀ ਹੈ, ਪਰ ਜ਼ਮੀਨ ਤੇ ਮਰਿਆ ਹੋਇਆ ਚੂਹਾ ਵੇਖ ਲੈਂਦੀ ਹੈ। ਹਾਂ, ਅਜੀਬ ਗੱਲ ਹੈ। ਮੇਰੇ ਉਹ ਇੱਲਾਂ ਕਾਂ ਉੱਡ ਗਏ ਨੇ। Once we see 1 foot, then we can see 3 foot or 5 foot. ਅਸੀਂ ਅੱਜ ਦੇਖ ਸਕਦੇ ਹਾਂ, ਪਰ ਜੇ ਮੈਂ ਖੜਾ ਹੋ ਜਾ, ਮੈਂ ਥੋੜਾ ਹੋਰ ਦੂਰ ਤੱਕ ਦੇਖ ਸਕਦਾ। ਪਰ ਜੇ ਮੈਂ ਇੱਥੇ 4 ਫੁੱਟ ਇੱਕ ਫੱਟਾ ਲਗਵਾ ਲਾਂ, ਫੱਟੇ ਉੱਤੇ ਖੜਾ ਹੋ ਜਾਵਾਂ, ਹੋਰ ਦੂਰ ਤੱਕ ਦੇਖ ਸਕਦਾ। ਪਰ ਜੇ ਮੈਂ ਇੱਕ ਪਹਾੜੀ ਦੇ ਟੀਲੇ ਤੇ ਖੜਾ ਹੋ ਜਾਵਾਂ, ਤਾਂ ਮੈਂ ਬਹੁਤ ਦੂਰ ਦੂਰ ਤੱਕ ਦੇਖ ਸਕਦਾ, ਚਾਰੋਂ ਪਾਸੇ। ਇਸ ਤਰ੍ਹਾਂ ਉੱਚੇ ਚੜ੍ਹ ਕੇ ਦੇਖਿਆ। ਉੱਚਾ ਚੜ੍ਹਨਾ ਆ ਜਾਏ ਨਾ, ਤਾਂ ਫਿਰ ਪਤਾ ਲੱਗ ਜਾਂਦਾ ਹੈ ਮੈਨੂੰ ਕਿੱਥੇ ਕਿੱਥੇ ਅੱਗ ਲੱਗੀ ਸੀ, ਕਿੱਥੇ ਕਿੱਥੇ ਅੱਗ ਮੇਰੇ ਤਨ ਬਦਨ ਵਿੱਚ ਲੱਗੀ ਹੋਈ ਹੈ, ਕਿੱਥੋਂ ਕਿੱਥੋਂ ਮੈਨੂੰ ਸ਼ੈਤਾਨੀਅਤ ਚੰਬੜਦੀ ਹੈ,
ਮਨੁੱਖ ਉਸ ਤੋਂ ਛੁੱਟ ਜਾਂਦਾ ਹੈ। ਦੇਖਣ ਦਾ ਨਜ਼ਰੀਆ ਪ੍ਰਾਪਤ ਹੋ ਗਿਆ। ਉੱਪਰ ਚੜ੍ਹਦੇ ਜਾਈਏ, ਜਿਤਨਾ ਉੱਪਰ ਚੜ੍ਹਦੇ ਜਾਂਦੇ ਆ ਉਹਨੂੰ ਐਲੀਵੇਸ਼ਨ ਕਹਿੰਦੇ ਨੇ। ਮਾਈਂਡ ਐਲੀਵੇਟ ਹੋ ਗਿਆ। ਧਾਰਮਿਕ ਦੁਨੀਆ ਵਿੱਚ ਇੱਕ ਭਰਮ ਫੈਲਾਇਆ ਹੋਇਆ, ਜਿਹੜਾ ਬੰਦਾ ਇਹ ਉੱਚਾ ਹੋ ਜਾਂਦਾ ਨਾ, ਉਹ ਸਰੀਰਕ ਤੌਰ 'ਤੇ ਧਰਤੀ ਤੋਂ ਉੱਪਰ ਉੱਠ ਜਾਂਦਾ। ਸਰੀਰਕ ਤੌਰ 'ਤੇ ਨਹੀਂ, ਕੋਈ ਕੁਦਰਤ ਦੇ ਨਿਯਮ ਤੋਂ ਉੱਪਰ ਨਹੀਂ ਉੱਠ ਸਕਦਾ। ਨਹੀਂ, ਜੋ ਛੱਤ ਨਾਲ ਲੱਗ ਜਾਂਦਾ ਹੈ ਉਹ ਅਸਮਾਨੇ ਉੱਡ ਜਾਂਦਾ ਹੈ, 4-4 ਫੁੱਟ ਉੱਪਰ ਉੱਠ ਜਾਂਦਾ ਹੈ। ਇਹ ਨਹੀਂ ਹੈ ਗੁਰਮਤ। ਗੁਰਮਤ ਇਹ ਕਹਿੰਦੀ ਹੈ ਉਹ ਮਨ ਕਰਕੇ ਵਰਲਡਲੀ ਜੋ ਮੋਮੈਂਟਰੀ ਪਲੇਜਰਸ ਨੇ, ਜੋ ਪਲ ਭਰ ਦਾ ਬਿਨਸ ਜਾਏ ਜੋ ਨਿਮਕ ਮੇ ਸੋ ਅਲਪ ਸੁਖ ਭਨੀ ਹੈ, ਪਲ ਪਲ ਦੇ ਸੁਖ ਮਾਣ ਕੇ ਆਪਣੇ ਆਪ ਨੂੰ ਮੂਰਖ ਬਣਾਉਣ ਵਾਲੀਆਂ ਗੱਲਾਂ, ਉਹ ਇਹਨਾਂ ਤੋਂ ਉੱਪਰ ਉੱਠ ਜਾਂਦਾ ਹੈ ਮਨ ਕਰਕੇ। ਉਹ ਜਿਤਨਾ ਉੱਪਰ ਉੱਠਦੇ ਹਾਂ ਸਾਡਾ ਵਿਜ਼ਨ ਇਨਕਰੀਜ਼ ਹੁੰਦਾ, ਉਤਨਾ ਅਸੀਂ ਦੂਰ ਤੱਕ ਦੇਖ ਸਕਦੇ ਹਾਂ। ਫਰੀਦ ਜੀ ਉਸ ਅਵਸਥਾ ਦੀ ਗੱਲ ਕਰ ਰਹੇ। ਫਰੀਦਾ ਜਿਨ ਲੋਇਣ ਜਗ ਮੋਹਿਆ। ਫਰੀਦ ਜੀ ਇਸ ਨੂੰ ਜੋ ਪ੍ਰਾਪਤ ਕਰਦੇ ਨੇ ਤਾਂ ਉਸ ਦਾ ਸ਼ਬਦ ਅਸੀਂ ਪੜ੍ਹਿਆ ਸੀ ਸਵੇਰੇ ਵੀ, ਆਓ ਰਲ ਕੇ ਪੜ੍ਹੀਏ। ਮੈਂ ਜਾਣਿਆ ਫਰੀਦਾ ਮੈਂ ਜਾਣਿਆ, ਦੁੱਖ ਮੁਝਕੋ ਮੈਂ ਜਾਣਿਆ, ਦੁੱਖ ਮੁਝਕੋ ਦੁੱਖ ਸਬਾਏ ਜਗ, ਦੁੱਖ ਸਬਾਏ ਜਗ ਮੈਂ ਜਾਣਿਆ, ਦੁੱਖ ਮੁਝਕੋ ਮੈਂ ਜਾਣਿਆ, ਦੁੱਖ ਮੁਝਕੋ ਉੱਚੇ ਚੜ੍ਹ ਕੇ ਦੇਖਿਆ, ਉੱਚੇ ਚੜ੍ਹ ਕੇ ਦੇਖਿਆ, ਤਾਂ ਘਰ ਘਰ ਇਹਾ ਅਗ, ਉੱਚੇ ਚੜ੍ਹ ਕੇ ਦੇਖਿਆ, ਤਾਂ ਘਰ ਘਰ ਇਹਾ ਅਗ, ਮੈਂ ਦੁੱਖ ਮੁਝਕੋ ਮੈਂ ਜਾਣਿਆ, ਦੁੱਖ ਮੁਝਕੋ ਦੁੱਖ ਸਬਾਏ ਜਗ, ਦੁੱਖ ਸਬਾਏ ਜਗ, ਉੱਚੇ ਚੜ੍ਹ ਕੇ ਦੇਖਿਆ, ਉੱਚੇ ਚੜ੍ਹ ਕੇ ਦੇਖਿਆ, ਤਾਂ ਘਰ ਘਰ ਇਹਾ ਅਗ, ਤਾਂ ਘਰ ਘਰ ਇਹਾ ਅਗ, ਮੈਂ ਜਾਣਿਆ
ਮੁਝਕੋ ਕਦੋਂ ਜਾਣ ਲੈਂਦੇ ਆ ਜਦੋਂ ਦੇਖਣ ਦੀ ਅੱਖ ਪ੍ਰਾਪਤ ਹੋ ਜਾਏ। ਫਰੀਦ ਜੀ ਉਹ ਵਾਲੀ ਅੱਖ ਦੀ ਗੱਲ ਕਰ ਰਹੇ ਨੇ। ਮੈਂ ਜਾਣ ਲਿਆ ਮੇਰੇ ਦੁੱਖ ਦਾ ਕਾਰਨ ਕੀ ਸੀ। ਜਦੋਂ ਮੈਂ ਉੱਚਾ ਚੜ੍ਹਿਆ ਤਾਂ ਜਿੱਥੇ ਜਿੱਥੇ ਅੱਗ ਲੱਗੀ ਸੀ ਮੈਂ ਉਸ ਤੋਂ ਛੁੱਟ ਗਿਆ। ਆਪਣੇ ਦੁੱਖ ਦਾ ਸਮਾਧਾਨ ਮੈਨੂੰ ਕਰਨਾ ਆ ਗਿਆ। ਫਰੀਦ ਜੀ ਬਹੁਤ ਉੱਚੀ ਅਵਸਥਾ ਦੀ ਗੱਲ ਕਰ ਰਹੇ, ਸੋ ਘੱਟ ਦੁਨਿਆਵੀ ਦੁੱਖਾਂ ਦੀ ਗੱਲ ਨਹੀਂ ਕਰ ਰਹੇ ਨੇ। ਆਪਣੇ ਔਗੁਣਾਂ ਦੇ ਕਾਰਨ ਜਿਹੜਾ ਮੈਂ ਦੁਖੀ ਸੀ ਉਹ ਦੁੱਖ ਦੇਖਣਾ ਆ ਗਿਆ। ਹੁਣ ਫਰੀਦਾ ਕੋ ਕਹਿੰਦਿਆਂ ਚਾਂਗੇਂਦਿਆਂ ਉੱਚੀ ਪੁਕਾਰ ਪੁਕਾਰ ਕੇ ਚਾਂਗੇਂਦਿਆਂ ਚੰਗੇ ਕੰਮ ਲਈ ਦੁਹਾਈ ਪਾ ਪਾ ਕੇ ਚਾਂਗੇਂਦਿਆਂ ਮੱਤੀ ਦਿੰਦਿਆਂ ਨਿਤ ਨਿਤ ਨਵੇਂ ਚੰਗੇ ਚੰਗੇ ਖਿਆਲ ਦੀ ਮੱਤ ਦੇਣਾ। ਕਈ ਵਾਰੀ ਕਈ ਲੋਕੀ ਪੁੱਛਦੇ ਨੇ ਵੀਰ ਜੀ ਨਿਤਨੇਮ ਕਰੀਏ ਕਿ ਨਾ ਕਰੀਏ। ਨਿਤਨੇਮ ਜੇ ਕਰਨਾ ਛੱਡ ਦਿਆਂਗੇ ਤਾਂ ਫਿਰ ਚੰਗੀ ਮੱਤ ਵੀ ਤਾਂ ਲੈਣੀ ਛੁੱਟ ਜਾਂਦੀ ਹੈ ਨਾ। ਨਿਤਨੇਮ ਕਰਦੇ ਰਹੀਏ ਪਰ ਨਿਤਨੇਮ 'ਚੋਂ ਜਿਹੜੇ ਚੰਗੀ ਚੰਗੀ ਮੱਤ ਰੋਜ਼ ਦਿੱਤੀ ਜਾਂਦੀ ਹੈ, ਮੈਨੂੰ ਸਾਹੇ ਮੇਰਾ ਨੀਤ ਨਵਾਂ ਬਣਾਇਆ ਜਾਂਦਾ ਹੈ, ਉਹ ਵਾਲੀ ਮੱਤ ਲੈਣੀ ਚਾਹੀਦੀ ਹੈ। ਸਾਡੇ ਕੋਲ ਦੁਨੀਆ ਦੇ ਸਾਰੇ ਕੰਮਾਂ ਵਾਸਤੇ ਟਾਈਮ ਹੁੰਦਾ ਹੈ ਪਰ ਚੰਗੀ ਮੱਤ ਲੈਣ ਦਾ ਟਾਈਮ ਨਹੀਂ ਹੁੰਦਾ। ਸਾਡੀ ਨਾਨੀ, ਸਾਡੀ ਦਾਦੀ, ਸਾਡੀ ਮਾਂ, ਸਾਡਾ ਪਿਤਾ ਸਾਨੂੰ ਜਦੋਂ ਕੋਲ ਬਿਠਾ ਕੇ ਕੋਈ ਚੰਗੀ ਗੱਲ ਸੁਣਾਉਣਾ ਚਾਹੇ, ਅਸੀਂ ਕਹਿੰਦੇ ਹਾਂ ਇਹ ਲੈਕਚਰ ਆਪਣੇ ਕੋਲ ਰੱਖੋ, ਇਹ ਹੁਣ ਧਰਮ ਦੀਆਂ ਗੱਲਾਂ ਹੋ ਰਿਹਾ, ਕਥਾ ਹੁਣ ਬੰਦ ਕਰੋ, ਬਸ ਫਿਰ ਸ਼ੁਰੂ ਹੋ ਗਏ ਹੋ ਨਾ। ਇਤਨਾ ਟਾਈਮ ਨਹੀਂ ਹੈ ਸਾਡੇ ਕੋਲ। ਪਰ ਸਾਨੂੰ ਕਹਿੰਦੇ ਨੇ ਪੜ੍ਹਿਆ ਮੂਰਖ ਆਖੀਏ ਜਿਸ ਲਵ ਲੋਭ ਅਹੰਕਾਰ। ਸੋ ਮੈਨੂੰ ਚੰਗੀ ਮੱਤ ਦੇਣ ਵਾਸਤੇ ਮੈਨੂੰ ਸਿਖਾਇਆ ਜਾਂਦਾ ਹੈ, ਨਿਤ ਨਿਤ ਚੰਗੇ ਮੱਤ ਦਿੱਤੀ ਜਾਂਦੀ ਆ। ਮਨ ਦਾ ਤਾਂ ਕਿ ਪੱਕਾ ਸੁਭਾਅ ਬਣ ਜਾਏ। ਕੋ ਕਹਿੰਦਿਆਂ ਚਾਂਗੇਂਦਿਆਂ ਮੱਤੀ ਦਿੰਦਿਆਂ ਨਿਤ, ਉਹਦੇ ਨਾਲ ਕੀ ਹੁੰਦਾ ਹੈ, ਸ਼ੈਤਾਨ ਨੂੰ ਘਰੋਂ ਬਾਹਰ ਕੱਢਣ ਦੇ ਸੁਭਾਅ ਬਣਦੇ ਜਾਂਦੇ ਨੇ। ਅਵਗੁਣ ਕੀਟਾਣੂ ਵਾਇਰਸ ਬਾਹਰ ਕੱਢਣ ਦੀ ਜਾਚ ਆ ਜਾਂਦੀ ਹੈ, ਭੈੜੀ ਆਦਤ ਛੁੱਟ ਜਾਂਦੀ ਹੈ। ਇਹ ਚੰਗੀ ਆਦਤ ਕਮਾਉਣੀ ਪੈਂਦੀ ਹੈ। ਅਸੀਂ ਪੜ੍ਹਦੇ ਸੀ, ਇਹ ਸ਼ਰੀਰਾ ਮੇਰਾ ਇਸ ਜਗ ਮੈਂ ਆਏ ਕੇ ਕਿਆ ਤੁਧ ਕਰਮ ਕਮਾਇਆ। ਬੜੇ ਹੈਰਾਨ ਹੋਏ। ਇਹ ਮੈਂ ਸੁਖਬੀਰ ਸਿੰਘ ਨਾਲ ਡਿਸਕਸ ਕਰ ਰਿਹਾ ਸੀ ਤਾਂ ਇਹ ਮੈਨੂੰ ਕਹਿੰਦਾ ਵੀਰ ਜੀ ਵਾਕਈ ਹਾਂ ਬੜੇ ਹੈਰਾਨਗੀ ਦੀ ਗੱਲ ਹੈ ਕਿ ਵੀਰ ਜੀ ਮੈਂ ਵੀ ਸੋਚ ਰਿਹਾ ਸੀ ਕਿ ਅਸੀਂ ਤਾਂ ਦੁਨੀਆ ਸੁਣਿਆ ਪੈਸਾ ਹੀ ਕਮਾਈਦਾ, ਕਰਮ ਵੀ ਕਮਾਉਣਾ ਪੈਂਦਾ, ਚੰਗਾ ਸੁਭਾਅ ਵੀ ਕਮਾਉਣਾ ਪੈਂਦਾ। ਹਾਂ, ਪਰ ਚੰਗਾ ਸੁਭਾਅ ਤਾਂ ਆਉਂਦਾ ਹੈ ਜੇ ਚੰਗੇ ਸੁਭਾਅ ਦੀ ਗੱਲ ਸੁਣੀਏ। ਸਾਨੂੰ ਦੋਸਤਾਂ ਮਿੱਤਰਾਂ ਦੀ ਭੈੜੀ ਗੱਲ ਵੀ ਚੰਗੀ ਲੱਗਦੀ ਹੈ, ਮਾਤਾ ਪਿਤਾ ਦੀ ਚੰਗੀ ਗੱਲ ਚੰਗੀ ਨਹੀਂ ਲੱਗਦੀ। ਲੋਕਾਂ ਦੀ ਸ਼ਰਾਰਤ ਭਰੀ ਸ਼ਰਾਬਾਂ ਦੀ, ਡਾਂਸ ਗਾਣਿਆਂ ਦੀ ਔਰ ਪੱਬ 'ਤੇ ਜਾਣ ਦੀ ਗੱਲ ਪਸੰਦ ਆਉਂਦੀ ਹੈ, ਧਰਮ ਦੀ ਚੰਗੀ ਗੱਲ ਪਸੰਦ ਨਹੀਂ ਆਉਂਦੀ। ਆਪਣੇ ਆਪ ਨੂੰ ਚੰਗੀ ਮੱਤ ਦਈਏ ਤਾਂ ਕਿ ਮਨ ਦਾ ਪੱਕਾ ਸੁਭਾਅ ਹੋ ਜਾਏ, ਜਿਹਦੇ ਨਾਲ ਸ਼ੈਤਾਨ ਨੂੰ ਵੰਜਾ ਦਿੱਤਾ ਜਾਂਦਾ ਹੈ, ਫਿਰ ਭੈੜੇ ਪਾਸੇ ਚਿੱਤ ਨਹੀਂ ਜਾਂਦਾ। ਮਨ ਦਾ ਪੱਕਾ ਸੁਭਾਅ ਬਣ ਗਿਆ, ਜਿਸ ਕਾਰਨ ਮਨ ਦੇ ਖਿਆਲ ਵੰਜਾਏ ਗਏ। ਵੰਜਾਏ ਮੁਲਤਾਨੀ ਬੋਲੀ ਹੈ ਚੰਗੀ। ਕਿੱਥੇ ਵੰਜਦਾ ਪਿਆ, ਕਿੱਥੇ ਜਾਂਦਾ ਪਿਆ। ਮੇਰਾ ਭਾਪਾ ਘਰੋਂ ਵੰਜ ਗਿਆ, ਚਲਾ ਗਿਆ। ਇੰਜ ਜੇ ਭੈੜੇ ਖਿਆਲ ਸ਼ੈਤਾਨੀਅਤ ਵਾਲੇ ਖਿਆਲ ਚਲੇ ਜਾਣ, ਵੰਜ ਗਏ, ਚਲੇ ਗਏ, ਲੱਦ ਗਏ ਮੇਰੇ ਪਾਸੋਂ, ਟੁਰ ਗਏ, ਛੁੱਟ ਗਏ। ਜਿਸ ਕਾਰਨ ਮੰਦੇ ਖਿਆਲ ਵੰਜਾਏ ਗਏ, ਹੁਣ ਉਸ ਪਾਸੇ ਚਿੱਤ ਨਹੀਂ ਕਰਦਾ। ਇਹਨੂੰ ਕਹਿੰਦੇ ਨੇ ਇਕਸਿਓ ਮਨ ਮਾਨਿਆ ਤਾਂ ਹੁਆ ਨੇਚਲ ਚਿੱਤ। ਹੁਣ ਮਨ ਟਿਕ ਗਿਆ, ਇਹਨੂੰ ਮੈਡੀਟੇਸ਼ਨ ਨਹੀਂ ਕਰਨੀ ਪੈਂਦੀ, ਇਹਨੂੰ ਕੋਈ ਚੌਂਕੜਾ ਮਾਰ ਕੇ ਇੱਕ ਲਫ਼ਜ਼ੀ ਰਟਨ ਦੀਆਂ ਮਾਲਾ ਨਹੀਂ ਫੇਰਨੀਆਂ ਪੈਂਦੀਆਂ, 4-4 ਘੰਟੇ ਦੀ ਸਮਾਧੀ ਨਹੀਂ ਲਾਣੀ ਪੈਂਦੀ। ਮਨ ਨਿਚਲ ਚੀਤ ਹੋ ਗਿਆ ਹੈ।
ਪਰ ਇਸ ਨੇਚਲ ਚੀਤ ਵਾਸਤੇ ਰੋਜ਼-ਰੋਜ਼ ਚੰਗੀ ਮੱਤ ਦਾ ਸੁਨੇਹਾ ਦੇਣਾ ਪੈਂਦਾ ਸੀ। ਉਹ ਲਿਆ ਅਵਗੁਣ ਛੱਡੇ, ਅਵਗੁਣ ਛੱਡਣ ਨਾਲ ਸਿੱਧੇ ਪਾਸੇ ਪੈ ਗਿਆ। ਅੱਜ ਦਾ ਟੌਪਿਕ ਅਸੀਂ ਇੱਥੇ ਕਨਕਲੂਡ ਕਰਦੇ ਹਾਂ ਕਿ ਮੈਨੂੰ ਉਹ ਵਾਲੀਆਂ ਅੱਖਾਂ ਪ੍ਰਾਪਤ ਹੋ ਗਈਆਂ ਜਿਨ੍ਹਾਂ ਦੇ ਨਾਲ ਸੱਚ ਵੱਲ ਮੇਰਾ ਮਨ ਮੋਹਿਆ ਗਿਆ। ਹੁਣ ਭੈੜੇ ਪਾਸੇ ਕਾਲਖ ਵਾਲੇ ਖਿਆਲਾਂ ਦੇ ਰੇਖ ਜਿੰਨਾ ਦਿਲ ਜਿਤਨਾ ਵੀ ਉਸ ਪਾਸੇ ਟੁਰਨਾ ਮਾਫਕ ਨਹੀਂ ਹੈ, ਪਸੰਦ ਨਹੀਂ ਹੈ, ਬਰਦਾਸ਼ਤ ਨਹੀਂ ਹੈ।